ਹੈਲੋ ਫਰੈਂਡਸ, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ 'ਤੇ ਬਹੁਤ-ਬਹੁਤ ਸਵਾਗਤ ਹੈ। ਇੱਕ ਨਿਊ ਰਿਕਰੂਟਮੈਂਟ ਨਿਕਲੀ ਹੈ ਜੀ PSTCL ਦੇ ਵਿੱਚ। ਉਸ ਦੀ ਡਿਟੇਲਡ ਜਿਹੜੀ ਪਬਲਿਕ ਨੋਟਿਸ ਹੈ, ਡਿਟੇਲ ਨੋਟੀਫਿਕੇਸ਼ਨ ਹੈ ਜੀ, ਉਸ ਨੂੰ ਆਪਾਂ ਪੂਰਾ ਇਸ ਵੀਡੀਓ ਦੇ ਵਿੱਚ ਵੇਖਾਂਗਾ। ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੀਂ ਵੀਡੀਓ ਜੋ ਵੀ ਅਪਲੋਡ ਹੁੰਦੀ ਹੈ ਚੈਨਲ ਉੱਤੇ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏ। ਅੱਜ ਦੀ ਜਿਹੜੀ ਰਿਕਰੂਟਮੈਂਟ ਨਿਕਲੀ ਹੈ ਜੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਦੁਆਰਾ, ਜਿਹੜੀ ਪੰਜਾਬ ਦਾ ਸਰਕਾਰ ਦਾ ਇੱਕ ਡਿਪਾਰਟਮੈਂਟ ਹੈ ਜੀ। ਇਸ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਜਿਹੜੀ ਬਿਜਲੀ ਟਰਾਂਸਮਿਸ਼ਨ, ਜਿਹੜਾ ਆਪਣਾ ਇਲੈਕਟ੍ਰੀਸਿਟੀ ਦਾ ਜਿਹੜਾ ਸਿਸਟਮ ਹੈ ਉਸ ਦੇ ਡਿਪਾਰਟਮੈਂਟ ਦਾ ਸਾਰਾ ਸਿਸਟਮ ਹੈ, ਉਸ ਦੀ ਜਿਹੜੀ ਇਹ ਰਿਕਰੂਟਮੈਂਟ ਨਿਕਲੀ ਹੈ ਜੀ। ਠੀਕ ਹੈ, ਇਸ ਦੇ ਵਿੱਚ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਲਗਭਗ 12 ਪੋਸਟਾਂ ਜਿਹੜੀ ਹੈ ਉਹ ਨਿਕਲੀਆਂ ਹੈ, ਜਿਸ ਦੇ ਵਿੱਚ AEOT ਸਿਵਲ ਦੇ ਵਿੱਚ, ਅਕਾਊਂਟ ਆਫਿਸਰ ਦੀ, ਅਸਿਸਟੈਂਟ ਮੈਨੇਜਰ HR, ਅਸਿਸਟੈਂਟ ਮੈਨੇਜਰ IT ਦੇ ਵਿੱਚ, ਡਿਵੀਜ਼ਨਲ ਅਕਾਊਂਟੈਂਟ ਦੀ, JE ਦੀ, ਸਬ ਸਟੇਸ਼ਨ ਦੀ, JE ਸਿਵਲ ਦੀ, ਟੈਲੀਫੋਨ ਮਕੈਨਿਕ ਦੀ, ਲੋਅਰ ਡਿਵੀਜ਼ਨਲ ਕਲਰਕ ਦੀ, ਜਿਹੜੇ ਟਾਈਪਿਸਟ ਨੇ, ਲੋਅਰ ਡਿਵੀਜ਼ਨਲ ਕਲਰਕ ਜਿਹੜੇ ਅਕਾਊਂਟਸ ਦੇ ਨੇ। ਇਹਦੇ ਵਿੱਚ ਸਾਰੀ ਵੱਖ-ਵੱਖ ਕੈਟਾਗਰੀ ਦੀ ਜਿਹੜੀ ਪੋਸਟ ਨਿਕਲੀ ਹੈ। ਡਿਟੇਲ ਦੇ ਵਿੱਚ ਵੇਖਾਂਗੇ ਕਿਸ ਪੋਸਟ ਦੇ ਲਈ ਕੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਫੀਸ ਕਿੰਨੀ ਰਹੇਗੀ, ਫਾਰਮ ਕਦ ਤੋਂ ਭਰਨੇ ਸਟਾਰਟ ਹੋ ਜਾਣਗੇ ਅਤੇ ਲਾਸਟ ਡੇਟ ਕੀ ਰਹੇਗੀ, ਪੇਪਰ ਦਾ ਜਿਹੜਾ ਕਿੰਨੇ ਪੇਪਰ ਹੋਣਗੇ, ਪੇਪਰ ਦਾ ਜਿਹੜਾ ਪੈਟਰਨ ਹੈ, ਪੇਪਰ ਕਿਸ ਹਿਸਾਬ ਨਾਲ ਆਏਗਾ, ਇਹ ਸਾਰਾ ਡਿਟੇਲ ਇਸ ਦੇ ਵਿੱਚ ਡਿਸਕਸ ਕਰਾਂਗੇ। ਵੀਡੀਓ ਜੇਕਰ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਥੋੜ੍ਹਾ ਲੰਬਾ ਹੋ ਜਾਂਦਾ, ਤੁਸੀਂ ਵੀਡੀਓ ਨੂੰ ਜ਼ਰੂਰ ਪੂਰਾ ਵੇਖਿਆ ਕਰੋ, ਕਿਉਂਕਿ ਜੋ ਵੀ ਇੰਪੋਰਟੈਂਟ ਜੋ ਫੈਕਟ ਹੁੰਦੇ ਨੇ, ਜੋ ਇੰਪੋਰਟੈਂਟ ਲਾਈਨਾਂ ਹੁੰਦੀਆਂ ਨੇ, ਮੈਂ ਸਿਰਫ ਉਹ ਹੀ ਰੀਡ ਆਊਟ ਕਰਦਾ। ਠੀਕ ਹੈ, ਤੁਸੀਂ ਜ਼ਰੂਰ ਵੇਖਣਾ ਹੈ ਜੀ। ਸਭ ਤੋਂ ਪਹਿਲਾਂ ਡੇਟ ਦੱਸੀ ਹੋਈ ਹੈ ਜੀ। ਡੇਟ ਫੋਰਮ ਹੈ ਜਿਹੜੇ ਉਹ ਕੱਲ੍ਹ ਤੋਂ ਸਟਾਰਟ ਹੋ ਜਾਣਗੇ। ਓਪਨਿੰਗ ਔਨਲਾਈਨ ਰਜਿਸਟ੍ਰੇਸ਼ਨ 26/4 ਤੋਂ ਸਟਾਰਟ ਹੋ ਜਾਏਗੀ 10 ਵਜੇ ਤੋਂ ਸਵੇਰੇ, ਅਤੇ 17/5/2021 ਤੱਕ ਤੁਹਾਡਾ ਸਟੈਪ 1 ਤੁਸੀਂ ਜਿਹੜਾ ਰਜਿਸਟ੍ਰੇਸ਼ਨ ਦਾ ਉਹ ਕੰਪਲੀਟ ਕਰ ਲੈਣਾ ਹੈ, ਅਤੇ 19/5/2021 ਤੱਕ ਤੁਸੀਂ ਜਿਹੜੀ ਕਲੋਜ਼ਿੰਗ ਡੇਟ ਹੈ ਬਿਜ਼ਨਸ ਆਰ ਦੇ ਵਿੱਚ ਤੁਸੀਂ ਆਪਣੀ ਫੀਸ ਪੇਮੈਂਟ ਕਰ ਦੇਣੀ ਹੈ। ਤਾਂ ਤੁਸੀਂ ਮੰਨ ਕੇ ਚਲੋ ਜੀ 17/5 ਤੁਹਾਡੀ ਲਾਸਟ ਡੇਟ ਹੈ, ਇੱਥੇ ਤੱਕ ਤੁਸੀਂ ਦੋਨੋਂ ਸਟੈਪ ਕੰਪਲੀਟ ਕਰ ਲੈਣਾ ਜੀ। ਕਈ ਵਾਰ ਜਿਹੜੀ ਸਾਈਟ ਹੈ ਉਹ ਬਿਜ਼ੀ ਹੋ ਜਾਂਦੀ ਹੈ, ਉਸ ਦੇ ਕਾਰਨ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਹੈ ਜਾਂ ਫੀਸ ਹੈ ਉਹ ਕਈ ਵਾਰ ਪੇਮੈਂਟ ਨਹੀਂ ਹੁੰਦੀ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜੀ। 26/4 ਤੋਂ ਸਟਾਰਟ ਹੋਣਗੇ, 17/5/2021 ਤੱਕ ਚੱਲਣਗੇ। ਠੀਕ ਹੈ ਜੀ, ਅਤੇ ਇਹ ਸਾਰੀ ਗੱਲਾਂ ਤੁਸੀਂ ਧਿਆਨ ਰੱਖਣੀ ਹੈ ਜੀ। ਟਾਈਮ ਐਂਡ ਡੇਟ ਇਹਨਾਂ ਨੇ ਕਿਹਾ ਜੀ। ਰਜਿਸਟ੍ਰੇਸ਼ਨ ਜੇਕਰ ਤੁਸੀਂ ਪਹਿਲਾਂ ਕਰ ਲੈਂਦੇ ਹੋ, ਜੇਕਰ ਤੁਹਾਡਾ ਨਹੀਂ ਹੋ ਪਾਉਂਦਾ ਤਾਂ ਇਸ ਦੇ ਰਿਸਪੋਂਸੀਬਲ ਤੁਸੀਂ ਹੋਗੇ। ਠੀਕ ਹੈ, ਹੁਣ ਜਿਹੜੀ ਪੋਸਟ ਹੈ ਜੀ ਉਸ ਦੀ ਕੀ ਬੇਸਿਕ ਕੁਆਲੀਫਿਕੇਸ਼ਨ ਅਤੇ ਪੇ ਸਕੇਲ ਰਹੇਗਾ ਉਹ ਸਾਰਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ। ਠੀਕ ਹੈ, ਜਿਹੜਾ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਦੇ ਵਿੱਚ ਹੈ ਉਹਦਾ ਫੁੱਲ ਟਾਈਮ ਜਿਹੜਾ ਰੈਗੂਲਰ ਉਹਦੀ BE BTech BSc ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ, ਜਾਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿਦ ਮਿਨੀਮਮ 60% ਮਾਰਕਸ ਦੇ ਨਾਲ ਉਹਦੀ ਕੀਤੀ ਹੋਣੀ ਚਾਹੀਦੀ ਹੈ ਜੀ, ਜਾਂ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਹੋਇਆ। ਇਸੇ ਤਰੀਕੇ ਦੇ ਨਾਲ ਸਿਵਲ ਦੇ ਵਿੱਚ ਹੈ ਫੁੱਲ ਰੈਗੂਲਰ BE, ਇਹ ਸਾਰਾ ਕੁਝ ਦੱਸਿਆ ਹੋਇਆ ਜੀ। ਠੀਕ ਹੈ, ਲਗਭਗ ਜਿਹੜੀ ਪੋਸਟ ਹੈ ਉਹਦੇ ਵਿੱਚ ਜਿਹੜੀ BE ਜਾਂ BSc ਜਾਂ ਇਸ ਤਰੀਕੇ ਦੀ ਪੋਸਟ ਹੈ 60% ਮਾਰਕ, ਜਾਂ ਤੁਸੀਂ ਮਾਸਟਰ ਕੀਤੀ ਹੋਈ ਹੈ ਤਾਂ ਉਹਦੇ ਵਿੱਚ ਲਗਭਗ ਤੁਹਾਡੇ ਕੋਲ 50% ਮਾਰਕਸ ਮੰਗੇ ਹੋਏ ਨੇ। ਇਸ ਤੋਂ ਇਲਾਵਾ ਜਿਹੜੀ ਅੱਗੇ 55 ਨੰਬਰ ਪੋਸਟ ਦਾ ਜਿਹੜਾ ਨੰਬਰ ਹੈ, ਜੇਕਰ ਅਕਾਊਂਟ ਆਫਿਸਰ ਦੀ ਪੋਸਟ ਦੇ ਲਈ ਤੁਸੀਂ ਅਪਲਾਈ ਕਰਦੇ ਹੋ, ਤੁਹਾਡੇ ਕੋਲ CA ਚਾਰਟਰਡ ਅਕਾਊਂਟੈਂਸੀ ਜਾਂ CWA ਕੋਸਟ ਦੀ ਹੁੰਦਾ ਹੈ ਜੀ, ਇਹ CMA, ਇਹ ਸਾਰੇ ਤੁਹਾਡੇ ਕੋਲ ਜਿਹੜੀ ਪ੍ਰੋਫੈਸ਼ਨਲ ਡਿਗਰੀਜ਼ ਹੈ ਇਹ ਹੋਣੀ ਚਾਹੀਦੀ ਹੈ। ਠੀਕ ਹੈ, ਅਕਾਊਂਟ ਆਫਿਸਰ ਦੇ ਲਈ। ਅਸਿਸਟੈਂਟ ਮੈਨੇਜਰ HRA ਦੇ ਲਈ ਤੁਹਾਡੇ ਕੋਲ 2 ਈਅਰ ਫੁੱਲ ਟਾਈਮ ਰੈਗੂਲਰ MBA ਦੀ ਡਿਗਰੀ ਹੋਣੀ ਚਾਹੀਦੀ ਹੈ, ਜਾਂ PG ਡਿਪਲੋਮਾ ਰਿਕੋਗਨਾਈਜ਼ਡ ਬਾਈ AICET ਵਿਦ ਸਪੈਸ਼ਲਾਈਜ਼ ਇਨ HRA IR ਵਿਦ ਐਟਲੀਸਟ 60% ਮਾਰਕ। HRA ਹੁੰਦਾ ਜੀ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਇੱਕ ਬਣਿਆ ਹੁੰਦਾ, ਉਸਦਾ ਸਪੈਸ਼ਲੀ ਤੁਸੀਂ MBA ਕੀਤੀ ਹੋਣੀ ਚਾਹੀਦੀ ਹੈ। 60% ਮਾਰਕਸ ਦੇ ਨਾਲ ਤੁਹਾਡੇ ਕੋਲ 3 ਈਅਰਸ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ HR ਜਾਂ IR ਡਿਪਾਰਟਮੈਂਟ ਦੇ ਵਿੱਚ। ਇਸ ਤੋਂ ਬਾਅਦ ਹੈ ਅਸਿਸਟੈਂਟ ਮੈਨੇਜਰ IT, ਸੇਮ ਉਹੀ ਕੁਆਲੀਫਿਕੇਸ਼ਨ ਹੈ ਜੀ, BE BTech BSc ਇੰਜੀਨੀਅਰਿੰਗ ਕੰਪਿਊਟਰ ਸਾਇੰਸ IT ਵਿਦ ਏ ਮਿਨੀਮਮ 60% ਮਾਰਕਸ QR ਜਾਂ ਇਹਦੇ ਇਕੁਈਲੈਂਟ ਜੋ ਵੀ ਡਿਗਰੀ ਹੈ ਉਹ ਰਿਸਪੈਕਟਿਵਲੀ ਡਿਸਪਲੇਸ ਰਿਕੋਗਨਾਈਜ਼ਡ ਬਾਈ ਡਿਗਰੀ ਤੁਹਾਡੇ ਕੋਲ ਇਹ ਹੋਣਾ ਚਾਹੀਦਾ ਹੈ। ਫੁੱਲ MCA ਤੁਸੀਂ ਜੇਕਰ ਕੀਤੀ ਹੈ 60% ਮਾਰਕਸ ਦੇ ਨਾਲ, ਉਹ ਤੁਸੀਂ ਔਰ ਦਾ ਮਤਲਬ ਹੁੰਦਾ ਜਾਂ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜੀ। ਐਂਡ ਅਤੇ ਔਰ ਦੇ ਵਿੱਚ ਇਹ ਕਨਫਿਊਜ਼ਨ ਹੋ ਜਾਂਦੀ ਹੈ, ਜਾਂ ਇਹ ਚੱਲ ਜਾਂਦਾ ਜੀ। ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਇਹ ਐਂਡ ਦਾ ਮਤਲਬ ਤੁਹਾਡੇ ਕੋਲ ਇਹ ਵੀ ਹੋਣਾ ਚਾਹੀਦਾ। ਠੀਕ ਹੈ,
ਇਹ ਦੋਨੋਂ ਗੱਲਾਂ ਦਾ ਧਿਆਨ ਰੱਖਣਾ। ਇਸ ਤੋਂ ਇਲਾਵਾ ਡਿਵੀਜ਼ਨਲ ਅਕਾਊਂਟੈਂਟ ਦੇ ਵਿੱਚ ਤੁਸੀਂ ਡਿਵੀਜ਼ਨਲ ਦੇ ਵਿੱਚ ਅਕਾਊਂਟੈਂਟ ਹੁੰਦਾ ਹੈ ਜੀ, ਉਹਦੇ ਲਈ ਤੁਹਾਡੇ ਕੋਲ ਬੀਕਾਮ ਦੇ ਵਿੱਚ 60% ਮਾਰਕ ਓਨਲੀ ਬੀਕਾਮ ਵਾਲਾ ਅਪਲਾਈ ਕਰ ਸਕਦਾ ਹੈ ਜੀ। ਤੇ ਫੁੱਲ ਟਾਈਮ ਰੈਗੂਲਰ ਜਿਹੜੀ ਐਮਕਾਮ ਹੈ ਉਸ ਦੇ ਵਿੱਚ 50% ਮਾਰਕ, ਠੀਕ ਹੈ ਜੀ। ਰੈਗੂਲਰ ਐਮਕਾਮ ਹੋਣੀ ਚਾਹੀਦੀ ਹੈ ਤੇ ਰੈਗੂਲਰ ਹੀ ਬੀਕਾਮ ਹੋਣੀ ਚਾਹੀਦੀ ਹੈ। ਬੀਕਾਮ ਦੇ ਵਿੱਚ 60% ਤੇ ਐਮਕਾਮ ਦੇ ਵਿੱਚ 50%। ਜਾਂ ਤੁਹਾਡੇ ਕੋਲ ਸੀਏ ਇੰਟਰ ਔਰ ਸੀਡਬਲਿਊ ਇੰਟਰ, ਇਹਨਾਂ ਦੇ ਵਿੱਚੋਂ ਜੋ ਵੀ ਤੁਸੀਂ ਕੀਤਾ ਹੋਇਆ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਹਾਂਜੀ, ਇੱਕ ਥੋੜੀ ਜੀ ਬਾਈ ਮਿਸਟੇਕ ਰਹਿ ਗਿਆ, ਪੋਸਟ ਦੱਸਣੀ ਸੀ ਜੀ ਨਾਲ ਦੀ ਨਾਲ। ਇਹ 7 ਪੋਸਟਾਂ ਨੇ ਜੀ ਅਕਾਊਂਟ ਆਫਿਸਰ ਦੀ ਤੇ ਡਿਵੀਜ਼ਨਲ ਅਕਾਊਂਟੈਂਟ ਦੀ, ਇਹ ਇਸ ਕਾਲਮ ਦੇ ਵਿੱਚ ਪੋਸਟ ਹੈ ਜੀ, ਠੀਕ ਹੈ। ਸਾਰੀ ਪਹਿਲਾਂ ਮੈਂ ਦੱਸਣਾ ਭੁੱਲ ਗਿਆ, ਇਹਦੇ ਵਿੱਚ 10 ਪੋਸਟਾਂ ਨੇ ਜੀ, ਠੀਕ ਹੈ। ਜੂਨੀਅਰ ਇੰਜੀਨੀਅਰ ਸਬਸਟੇਸ਼ਨ ਦੀ 200 ਪੋਸਟ, ਠੀਕ ਹੈ ਜੀ। ਫੁੱਲ ਟਾਈਮ ਰੈਗੂਲਰ 3 ਔਰ 4 ਈਅਰ ਡਿਪਲੋਮਾ ਤੁਹਾਡੇ ਕੋਲ ਇਹ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਜੂਨੀਅਰ ਸਿਵਲ ਇੰਜੀਨੀਅਰ ਦੇ ਵਿੱਚ 60% ਮਾਰਕਸ ਦੇ ਨਾਲ ਤੁਸੀਂ ਕੀਤਾ ਹੋਣਾ ਚਾਹੀਦਾ ਹੈ, ਠੀਕ ਹੈ। ਇਸ ਤੋਂ ਅੱਗੇ ਹੈ ਜੀ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੇ ਵਿੱਚ ਬੀਟੈਕ BSc ਸੇਮ ਉਹੀ ਹੈ ਜੀ, 50% ਮਾਰਕ ਜਾਂ ਰੈਕੋਗਨਾਈਜ਼ਡ ਯੂਨੀਵਰਸਿਟੀ ਦੇ ਜਾਂ ICTE ਇੱਕ ਸੰਸਥਾ ਹੈ ਜੀ, ਉਸ ਦੇ ਦੁਆਰਾ ਜੋ ਵੀ ਕੁਆਲੀਫਿਕੇਸ਼ਨ ਹੈ ਉਹ ਤੁਸੀਂ ਪੂਰੀ ਕਰਦੇ ਹੋਣੇ ਚਾਹੀਦੇ ਹੋ, ਠੀਕ ਹੈ। ਉਸ ਤੋਂ ਇਲਾਵਾ ਟੈਲੀਫੋਨ ਮੈਕੈਨਿਜ਼ਮ ਦੇ ਵਿੱਚ, ਇਸ ਦੇ ਵਿੱਚ ਤੁਹਾਡੇ ਕੋਲ ITI ਦਾ ਜਿਹੜਾ ਡਿਪਲੋਮਾ ਉਹ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਕੀ ਲਿਖਿਆ ਹੋਇਆ, ਮੈਟ੍ਰਿਕ ਅਤੇ ITI ਤੋਂ 2 ਸਾਲ ਦਾ ਰੇਡੀਓ ਮਕੈਨਿਕ ਅਤੇ ਵਾਇਰਲੈਸ ਮਕੈਨਿਕ ਦੇ ਟ੍ਰੇਡ ਵਿੱਚ ਕ੍ਰਾਫਟਮੈਨ ਕੋਰਸ ਜਾਂ ਸਰਟੀਫਿਕੇਟ ਰਾਜ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਜਿਹੜਾ ਇਹ ਹੈ, ਇਹ ਤੁਹਾਡੇ ਕੋਲ ਸਪੈਸ਼ਲ ਜਿਸ ਤਰੀਕੇ ਦੇ ਨਾਲ ITI ਹੁੰਦੀ ਹੈ, ITI ਦੇ ਵਿੱਚ ਇੱਕ ਸਟਰੀਮ ਹੈ ਜੀ ਰੇਡੀਓ ਮਕੈਨਿਕ ਦੀ, ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜਾਂ ਤੁਸੀਂ ਮੈਟ੍ਰਿਕ ਅਤੇ ਟੈਲੀਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਅਤੇ ਪੋਸਟ ਐਂਡ ਟੈਲੀਗ੍ਰਾਫ ਵਿਭਾਗ ਤੋਂ ਟੈਲੀਫੋਨ ਮਕੈਨਿਕ ਦਾ ਜਿਹੜਾ ਕੋਰਸ ਹੈ ਉਹ ਕੀਤਾ ਹੋਣਾ ਚਾਹੀਦਾ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜੀ। ਅੱਗੇ ਪੋਸਟ ਹੈ ਜੀ ਜਿਹੜੀ ਸਭ ਤੋਂ ਜ਼ਿਆਦਾ ਜਿਸ ਦੀ ਡਿਮਾਂਡ ਚੱਲ ਰਹੀ ਸੀ ਕਿ ਲੋਅਰ ਡਿਵੀਜ਼ਨਲ ਕਲਰਕ ਜਿਹੜਾ ਟਾਈਪਿਸਟ ਹੈ ਜੀ, 160 ਪੋਸਟਾਂ ਉਹਦੀਆਂ ਨੇ, ਠੀਕ ਹੈ। ਇਹਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਇਹਦੇ ਵਿੱਚ ਤੁਹਾਡੇ ਕੋਲ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਆਈ ਥਿੰਕ ਪਤਾ ਲੱਗ ਰਿਹਾ ਵੀ ਹੋਵੇਗਾ ਤੁਹਾਨੂੰ, ਤੁਹਾਡੇ ਕੋਲ ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਉਹਦੇ ਘੱਟੋ ਘੱਟ 50% ਮਾਰਕਸ ਤੁਹਾਡੇ ਕੋਲ ਹੋਣੇ ਜ਼ਰੂਰੀ ਹੈ ਜੀ। ਤੇ ਇਸ ਤੋਂ ਇਲਾਵਾ ਪੋਜੈਸ਼ਨ ਸਰਟੀਫਿਕੇਟ ਇਹਦੇ ਵਿੱਚ ਐਂਡ ਲੱਗਿਆ ਹੈ ਜੀ, ਔਰ ਨਹੀਂ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। 50% ਮਾਰਕਸ ਦੇ ਨਾਲ ਤੁਸੀਂ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਤੋਂ ਕੀਤੀ ਹੋਵੇ ਤੇ ਨਾਲੇ ਤੁਹਾਡੇ ਕੋਲ ਜਿਹੜਾ ਐਟਲੀਸਟ 120 ਘੰਟਿਆਂ ਦਾ ਜਿਹੜਾ ਹਰ ਇੱਕ ਜਿਹੜੀ ਪੰਜਾਬ ਦੀ ਜਿਹੜੀ ਪੋਸਟ ਨਿਕਲਦੀ ਹੈ ਉਹਦੇ ਵਿੱਚ ਤੁਹਾਡੇ ਕੋਲ ਇਹ ਕੰਪਿਊਟਰ ਦਾ ਕੋਰਸ ਹੋਣਾ ਲਾਜ਼ਮੀ ਹੈ ਜੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਠੀਕ ਹੈ। ਪੇ ਸਕੇਲ ਤੁਸੀਂ ਨੋਟ ਡਾਊਨ ਕਰ ਲੈਣਾ ਜੀ, ਜੋ ਸਾਰੀ ਪੋਸਟਾਂ ਦੇ ਵਿੱਚ ਚੱਲਦਾ ਪਿਆ। ਜਿਹੜੀ C ਕੈਟਾਗਰੀ ਦੀ ਪੋਸਟ ਹੁੰਦੀ ਹੈ ਜੀ, ਇਹ C ਕੈਟਾਗਰੀ ਦੀ ਪੋਸਟ ਹੈ, ਇਸ ਦੇ ਵਿੱਚ ਜੋ ਪੇ ਸਕੇਲ ਚੱਲਦਾ ਪਿਆ ਹੈ ਆਈ ਥਿੰਕ 19,500 ਹੈ, ਉਹ ਸਾਰਾ ਸੇਮ ਉਸੇ ਤਰੀਕੇ ਨਾਲ ਰਹੇਗਾ। ਤਾਂ ਇਹਦੇ ਵਿੱਚ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਕੋਲ 120 ਆਰ ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਜੀ, ਇੱਕ ਕੰਪਿਊਟਰ ਦਾ ਜਿਹੜਾ ਇਹ ਕੋਰਸ ਹੋਣਾ ਚਾਹੀਦਾ, ਠੀਕ ਹੈ। ਬਾਕੀ ਦਿੱਤਾ ਹੋਇਆ ਜੀ ਤੁਹਾਡੇ ਕੋਲ 10ਵੀਂ ਤੱਕ 10ਵੀਂ ਤੱਕ ਪੰਜਾਬੀ ਜਿਹੜੀ ਹੈ ਉਹ ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ। ਜੇ ਤੁਸੀਂ ਕੰਪਿਊਟਰ ਦਾ O ਲੈਵਲ ਦਾ ਕੋਰਸ ਕੀਤਾ ਹੋਇਆ ਤਾਂ ਵੀ ਤੁਹਾਡਾ ਵੈਲਿਡ ਹੋਏਗਾ, 120 ਆਰ ਵਾਲੀ ਜਗ੍ਹਾ ਤੁਸੀਂ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ 17 ਨੰਬਰ 40 ਪੋਸਟਾਂ ਨੇ ਲੋਅਰ ਡਿਵੀਜ਼ਨਲ ਕਲਰਕ ਦੀਆਂ ਅਕਾਊਂਟਸ ਦੇ ਵਿੱਚ। ਇਸ ਦੇ ਲਈ ਤੁਹਾਡੇ ਕੋਲ ਗ੍ਰੈਜੂਏਸ਼ਨ ਜਿਹੜੀ ਹੈ BCom ਦੇ ਰੂਪ ਵਿੱਚ ਕੀਤੀ ਹੋਣੀ ਚਾਹੀਦੀ ਹੈ। BCom ਤੁਸੀਂ ਕੀਤੀ ਹੋਵੇ ਜੀ 50% ਮਾਰਕਸ ਦੇ ਨਾਲ, ਤੇ ਉਹੀ ਸੇਮ 120 ਆਰ ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਜੀ, ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ। ਤੇ 10ਵੀਂ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਪਾਸ ਆਊਟ ਤੁਸੀਂ ਹੋਣੇ ਲਾਜ਼ਮੀ ਹੈ ਜੀ। ਇਹ 3 ਚੀਜ਼ਾਂ ਤੁਹਾਡੇ ਕੋਲ ਜਿਹੜੀ, ਚਾਹੇ ਤੁਸੀਂ ਟਾਈਪਿਸਟ ਤੇ ਚਾਹੇ ਅਕਾਊਂਟਸ ਦੇ ਕਲਰਕ ਬਣਨਾ ਚਾਹੁੰਦੇ ਹੋ, ਤੁਹਾਡੇ ਕੋਲ ਇਹ 2 ਚੀਜ਼ਾਂ ਹੋਣੀ ਜ਼ਰੂਰੀ ਹੈ, ਠੀਕ ਹੈ। ਪਰਖ ਕਾਲ ਤੁਹਾਡਾ ਜੀ ਇਹ ਸੇਮ ਉਹੀ ਸਿਸਟਮ, ਪਰਖ ਕਾਲ 3 ਸਾਲ ਦਾ ਹੋਏਗਾ, ਠੀਕ ਹੈ। ਇਹ ਸਾਰਿਆਂ ਨੂੰ ਪਤਾ ਹੈ ਜੀ, ਪਰਖ ਕਾਲ ਜਿਹੜਾ ਚੱਲ ਰਿਹਾ ਹੈ ਉਹ 3 ਸਾਲ ਦਾ ਹੈ, ਠੀਕ ਹੈ। ਇੱਥੇ ਆਪਣੇ ਕੰਮ ਦੀ ਇੰਨੀ ਗੱਲਾਂ ਸੀ ਜੋ ਮੈਂ ਤੁਹਾਨੂੰ ਦੱਸ ਚੁੱਕਿਆ। ਇੱਕ ਗੱਲ ਤੁਸੀਂ ਕੈਟਾਗਰੀ ਆਪਣੀ ਧਿਆਨ ਨਾਲ ਭਰਨੀ ਹੈ ਜੀ, ਠੀਕ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ 10ਵੀਂ ਦੇ ਵਿੱਚ ਪੰਜਾਬੀ ਦੀ ਨੌਲੇਜ ਉਹਨਾਂ ਨੇ ਕਿਹਾ ਜੀ ਹੋਣੀ ਜ਼ਰੂਰੀ ਹੈ, ਲਾਜ਼ਮੀ ਹੈ। ਨੌਲੇਜ ਆਫ ਪੰਜਾਬੀ ਇਜ਼ ਇਨੀਸ਼ੀਅਲ ਫॉर ऑल पोस्ट्स फॉर द पर्पस ऑल द कैंडिडेट मस्ट हैव पास्ड पंजाबी 8 लिस्ट मैट्रिकुलेशन और इक्विवेलेंट लेवल बिफोर द लास्ट डेट ऑफ द रिसीप्ट ऑफ एप्लीकेंट। ਇਸ ਗੱਲ ਦਾ ਉਹਨਾਂ ਨੇ ਕਿਹਾ ਜੀ 10ਵੀਂ ਤੱਕ ਤੁਹਾਡੇ ਕੋਲ ਇਹ 10ਵੀਂ ਦੇ ਵਿੱਚ ਤੁਹਾਡੇ ਕੋਲ ਇਹ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ। ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਏਜ ਲਿਮਿਟ ਹੈ ਉਹ ਤੁਹਾਡੀ 1/1/2021 ਤੋਂ ਕਾਊਂਟ ਹੋਏਗੀ, 20 ਤੋਂ ਲੈ ਕੇ 37 ਸਾਲ। ਤੇ ਜਿਹੜੀ ਇਹ ਪੋਸਟ ਹੈ ਜੀ, ਜਿਹੜੀ ਉੱਪਰ ਜਿਹੜੀ ਪੋਸਟਾਂ ਦਿੱਤੀ ਹੋਈ ਸਭ ਤੋਂ ਪਹਿਲਾਂ AEOT ਸਿਵਲ ਅਕਾਊਂਟ ਆਫਿਸਰ, ਯਾਨੀ ਜਿਹੜੀ ਵੱਡੀ ਪੋਸਟਾਂ ਸੀ ਉਹਦੇ ਲਈ 20 ਤੋਂ 37 ਸਾਲ।
ਤੇ ਜਿਹੜੀ ਅੱਗੇ ਹੈ ਐਲੀਜੀਬਿਲਟੀ, ਜਿਹੜੀ LDC ਟਾਈਪਿਸਟ ਹੈ, LDC ਅਕਾਊਂਟੈਂਟ ਹੈ, ਇੰਜੀਨੀਅਰ ਕਮਿਊਨੀਕੇਸ਼ਨ ਹੈ ਜੀ, ਡਿਵੀਜ਼ਨਲ ਅਕਾਊਂਟੈਂਟ ਹੈ, ਉਹਨਾਂ ਦੇ ਲਈ 18 ਤੋਂ 37 ਸਾਲ। ਠੀਕ ਹੈ ਜੀ, ਇਹਨਾਂ ਗੱਲਾਂ ਦਾ ਪਤਾ ਲੱਗ ਗਿਆ। ਬਾਕੀ ਜੋ ਆਪਾਂ ਨੂੰ ਛੂਟ ਮਿਲਦੀ ਹੈ, ਚਾਹੇ SC ST ਬੈਕਵਰਡ ਨੂੰ 5 ਸਾਲ ਦੀ, ਐਕਸ ਸਰਵਿਸਮੈਨ ਨੂੰ ਜੋ ਉਹਨੇ ਸਰਵਿਸ ਕੀਤੀ ਹੋਵੇ ਉਹ ਘਟਾ ਕੇ ਜੋ ਉਸਦੀ ਐਕਚੁਅਲ ਐਜ ਹੈ ਜੀ ਉਸ ਨੂੰ ਮੰਨਿਆ ਜਾਂਦਾ। ਠੀਕ ਹੈ, ਫਿਜ਼ੀਕਲ ਹੈਂਡੀਕੈਪਟ ਨੂੰ ਹੈ ਜੀ 10 ਸਾਲ ਜਿਹੜੀ ਛੂਟ ਦਿੱਤੀ ਗਈ ਹੈ। ਤੇ ਅੱਪਰ ਲਿਮਟ ਜਿਹੜੀ ਮੈਕਸਿਮਮ ਇਹਨਾਂ ਨੇ ਕਿਹਾ ਹੈ ਜੀ, ਇਨ ਕੇਸ ਆਫ ਫੋਲੋਇੰਗ ਦਾ ਅੱਪਰ ਏਜ ਲਿਮਟ ਸ਼ੈਲ ਬੀ 40 ਈਅਰਸ, ਜੇ ਕੋਈ ਵਿਡੋ ਹੈ, ਵੂਮੈਨ ਹੈ ਹੂ ਆਰ ਲੀਗਲੀ ਸੈਪਰੇਟ ਫਰੋਮ ਹਸਬੈਂਡ। ਤਾਂ ਇਹ ਤੁਸੀਂ ਐਡਵਰਟਾਈਜ਼ਮੈਂਟ ਵੇਖ ਲੈਣਾ ਜੀ। ਇਸ ਤੋਂ ਇਲਾਵਾ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲੈਣਾ, ਉੱਥੇ ਸਾਰੀ ਡਿਟੇਲ ਤੁਹਾਨੂੰ ਇਹ ਮੈਂ ਸੈਂਡ ਕਰ ਦਿਆਂਗਾ। ਠੀਕ ਹੈ, ਹੁਣ ਜਿਹੜੀ ਅੱਗੇ ਆਪਣੇ ਜੋ ਗੱਲਾਂ ਪੜ੍ਹਨ ਵਾਲੀਆਂ ਹੈ ਜੀ, ਉਹ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ, ਸਿਲੈਕਸ਼ਨ ਪ੍ਰੋਸੈਸ ਕਿੱਦਾਂ ਹੋਏਗਾ। ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਇਹਨਾਂ ਨੇ ਕਿਹਾ ਹੈ ਜੀ, ਤੁਹਾਡਾ ਇੱਕ ਪੇਪਰ ਲਿਆ ਜਾਏਗਾ। ਠੀਕ ਹੈ, ਜਨਰਲੀ ਇਹਨਾਂ ਦਾ ਜਿਹੜਾ ਪੇਪਰ ਹੁੰਦਾ ਹੈ ਔਨਲਾਈਨ ਹੀ ਹੁੰਦਾ ਹੈ। ਠੀਕ ਹੈ, ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹੇਗਾ ਇਹ ਸਾਰਾ ਦੱਸ ਦਿੰਦਾ ਜੀ। ਪਲੀਜ਼ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਧਿਆਨ ਨਾਲ ਵੇਖ ਲੈਣਾ ਜੀ। ਠੀਕ ਹੈ, ਕੀ ਦੱਸਿਆ ਇਹਨਾਂ ਨੇ, ਕੈਂਡੀਡੇਟ ਮਸਟ ਅਕਵਾਇਰ ਰਿਕੋਗਨਾਈਜ਼ ਐਜੂਕੇਸ਼ਨ ਕੁਆਲੀਫਿਕੇਸ਼ਨ, ਇੱਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜੀ। Before last date of online application of form, candidate who fails do so even if she qualified the online test shall not be। ਜੇਕਰ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈ ਤੇ ਤੁਸੀਂ ਫਾਰਮ ਫਿਲ ਕਰ ਦਿੰਦੇ ਹੋ, ਪਾਸ ਆਊਟ ਹੋ ਵੀ ਜਾਂਦੇ ਹੋ, ਤਾਂ ਤੁਹਾਨੂੰ ਕੰਸੀਡਰ ਨਹੀਂ ਕੀਤਾ ਜਾਏਗਾ। ਠੀਕ ਹੈ, ਇੱਥੇ ਥੱਲੇ ਆਹ ਲਾਈਨ ਦਿੱਤੀ ਹੋਈ ਹੈ ਜੀ, ਇਸ ਦੇ ਵਿੱਚ ਕੀ ਲਿਖਿਆ, ਐਲੀਜੀਬਲ ਕੈਂਡੀਡੇਟ ਵਿਲ ਹੈਵ ਟੂ ਅੰਡਰਗੋ ਔਨਲਾਈਨ ਟੈਸਟ। ਤਾਂ ਇਸ ਦਾ ਮਤਲਬ ਜੀ ਕੰਪਿਊਟਰ ਬੇਸਡ ਟੈਸਟ ਹੋਏਗਾ ਤੁਹਾਡਾ, CBT ਇਸ ਨੂੰ ਬੋਲਦੇ ਆ, CBT ਟੈਸਟ ਹੋਏਗਾ, ਕੰਪਿਊਟਰ ਬੇਸਡ ਟੈਸਟ ਹੋਏਗਾ, ਆਨਲਾਈਨ ਟੈਸਟ ਹੋਏਗਾ। ਹੁਣ ਪੇਪਰ ਦੇ ਵਿੱਚ ਕੀ ਸਿਸਟਮ ਰਹੇਗਾ ਜੀ, The question paper for each of 12 number of categories of post shall be consist of 100 number objective type question, each question carrying 1 marks। 100 ਨੰਬਰ ਦਾ ਤੁਹਾਡਾ ਪੇਪਰ ਹੋਏਗਾ, ਉਸ ਦੇ ਵਿੱਚ ਜੇਕਰ ਤੁਸੀਂ ਗਲਤ ਕਰਦੇ ਹੋ ਤਾਂ 1/4 ਤੁਹਾਡੀ ਨੈਗੇਟਿਵ ਮਾਰਕਿੰਗ ਹੋਏਗੀ ਤੇ 2 ਘੰਟਿਆਂ ਦਾ ਤੁਹਾਡਾ ਇਹ ਪੇਪਰ ਹੋਏਗਾ। ਦ ਕੁਐਸਚਨ ਸ਼ੈਲ ਬੀ ਰਿਲੇਟਡ ਟੂ ਦ ਕੰਸਰਟ ਸਬਜੈਕਟ ਰਿਲੇਵੈਂਟ ਟੂ ਦ ਪੋਸਟ, ਜਨਰਲ ਨੌਲੇਜ, ਅਵੇਅਰਨੈਸ। ਇਸ ਤੋਂ ਇਲਾਵਾ ਜਨਰਲ ਨੌਲੇਜ ਤੁਹਾਡੀ ਪੇਪਰ ਦੇ ਵਿੱਚ ਸਿਲੇਬਸ ਕਿਸ ਤਰੀਕੇ ਦੇ ਨਾਲ ਰਹੇਗਾ, ਤੁਹਾਡੀ ਜਨਰਲ ਨੌਲੇਜ, ਅਵੇਅਰਨੈਸ। ਠੀਕ ਹੈ ਜੀ, ਰੀਜ਼ਨਿੰਗ ਰਹੇਗੀ, ਨਿਊਮੈਰੀਕਲ ਐਬਿਲਿਟੀ ਰਹੇਗੀ, ਯਾਨੀ ਮੈਥ ਤੇ ਰੀਜ਼ਨਿੰਗ ਹੋ ਗਈ, ਤੇ GK ਹੋ ਗਈ, ਇੰਗਲਿਸ਼ ਲੈਂਗੁਏਜ, ਤੇ ਇਹ ਵੇਰੀਅਸ ਪੋਸਟ ਦੇ ਲਈ ਇਹਨਾਂ ਨੇ ਜਿਹੜਾ ਦੱਸਿਆ ਹੋਇਆ ਜੀ। ਠੀਕ ਹੈ, ਠੀਕ ਹੈ ਜੀ, ਇਹ ਤੁਸੀਂ ਵੇਖ ਸਕਦੇ ਹੋ, ਇਹਦਾ ਸਕਰੀਨਸ਼ਾਟ ਲੈ ਲਓ ਜੀ। ਤੁਹਾਨੂੰ ਮੈਂ ਇਹ ਸਾਰਾ ਟੈਲੀਗ੍ਰਾਮ ਗਰੁੱਪ ਉੱਤੇ ਵੀ ਸੈਂਡ ਕਰ ਦਿਆਂਗਾ। ਠੀਕ ਹੈ, ਕਲੈਰੀਕਲ ਪੋਸਟ ਵਾਲਾ ਹੈ ਜੀ, ਇਹ ਤੁਸੀਂ ਵੇਖ ਸਕਦੇ ਹੋ। ਅਕਾਊਂਟਸ ਵਾਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹੇਗਾ, ਇਸ ਦੇ ਵਿੱਚ 60% ਤੁਹਾਡੇ ਸਬਜੈਕਟ ਦਾ ਆਏਗਾ ਤੇ 40% ਤੁਹਾਡਾ ਜਿਹੜਾ GK ਦਾ, ਨਿਊਮੈਰੀਕਲ ਦਾ, ਤੇ ਇਸ ਤਰੀਕੇ ਦੇ ਨਾਲ ਰਹੇਗਾ। ਪੇਪਰ ਤੁਹਾਡਾ ਇੰਗਲਿਸ਼ ਦੇ ਵਿੱਚ ਅਕਾਊਂਟ ਵਾਲਿਆਂ ਦਾ ਹੋਏਗਾ। ਠੀਕ ਹੈ, ਤੇ ਜਿਹੜਾ ਲੋਅਰ ਡਿਵੀਜ਼ਨ ਕਲਰਕ ਜਿਹੜੇ ਸਾਰੇ ਭਰ ਸਕਦੇ ਆ ਜੀ, ਉਹਦੇ ਵਿੱਚ ਸਟੈਟਿਕ ਤੁਹਾਡੀ ਕਰੰਟ ਅਫੇਅਰ ਵਗੈਰਾ, ਜਨਰਲ ਨੌਲੇਜ, ਸਾਰਾ ਕੁਝ ਇਹ ਹੋਏਗਾ 20 ਨੰਬਰ ਦਾ। ਕੰਪਿਊਟਰ 10 ਨੰਬਰ ਦਾ, ਲੌਜੀਕਲ ਰੀਜ਼ਨਿੰਗ ਹੈ ਜੀ 25 ਨੰਬਰ ਦੀ, ਨਿਊਮੈਰੀਕਲ ਤੁਹਾਡਾ ਐਪਟੀਟਿਊਡ 25 ਨੰਬਰ ਦਾ, ਤੇ ਜਨਰਲ ਜਿਹੜੀ ਹੈ ਉਹ ਤੁਹਾਡੀ ਹੋਏਗੀ ਕਾਹਦੇ ਵਿੱਚ, ਜਨਰਲ ਇੰਗਲਿਸ਼ ਹੋਏਗੀ। ਠੀਕ ਹੈ ਜੀ, ਪੇਪਰ ਤੁਹਾਡਾ ਇਹ ਵੀ ਇੰਗਲਿਸ਼ ਦੇ ਵਿੱਚ ਰਹੇਗਾ। ਸਿਰਫ ਇੱਕੋ ਇੱਕ ਪੇਪਰ ਹੈ ਜੀ ਜਿਹੜਾ ਇੰਗਲਿਸ਼ ਤੇ ਪੰਜਾਬੀ ਵਿੱਚ ਰਹੇਗਾ, ਟੈਲੀਫੋਨਿਕ ਮੈਕੈਨਿਜ਼ਮ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ, ਜੋ ਵੀ ਇਹ ਪੇਪਰ ਹੋਣਗੇ, ਮੋਸਟ ਇੰਪੋਰਟੈਂਟ ਗੱਲ ਹੈ ਜੀ, ਸਾਰਿਆਂ ਦਾ ਜਿਹੜਾ ਮੀਡੀਅਮ ਹੈ ਇੰਗਲਿਸ਼ ਰਹੇਗਾ। ਠੀਕ ਹੈ, ਜਿਨ੍ਹਾਂ ਨੇ ਵੀਡੀਓ ਪੂਰਾ ਵੇਖਿਆ ਜੀ ਉਹਨਾਂ ਨੂੰ ਇਹ ਗੱਲ ਪਤਾ ਚੱਲ ਗਈ ਹੋਣੀ ਹੈ, ਤੇ ਪੇਪਰ ਦਾ ਜਿਹੜਾ ਮੀਡੀਅਮ ਹੈ ਉਹ ਇੰਗਲਿਸ਼ ਹੀ ਰਹੇਗਾ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੀ। ਤੁਸੀਂ ਤਿਆਰੀ ਜਦੋਂ ਕਰਨੀ ਹੈ ਤਾਂ ਇਸ ਗੱਲ ਦਾ ਧਿਆਨ ਰੱਖਣਾ, ਪੇਪਰ ਤੁਹਾਡਾ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਹੋਏਗਾ। ਤੇ ਇਸ ਤੋਂ ਇਲਾਵਾ ਇੱਕ ਗੱਲ ਦਾ ਤੁਸੀਂ ਇਹ ਧਿਆਨ ਰੱਖਣਾ ਹੈ, ਨੈਗੇਟਿਵ ਮਾਰਕਿੰਗ ਵੀ ਹੋਏਗੀ, ਤੇ ਸਿਲੇਬਸ ਹੈ ਤੁਹਾਡਾ ਉਹ ਉਹਨਾਂ ਨੇ ਪਹਿਲਾਂ ਹੀ ਦੱਸਿਆ ਹੋਇਆ। ਇਸ ਗੱਲ ਤੋਂ ਇਹ ਪਤਾ ਲੱਗ ਜਾਂਦਾ ਹੈ ਜੀ ਕਿ ਤੁਸੀਂ ਫਾਰਮ ਭਰਨ ਤੋਂ ਪਹਿਲਾਂ ਆਪਣੀ ਜਿਹੜੀ ਪੋਜੀਸ਼ਨ ਵੇਖ ਲੈਣੀ ਹੈ। ਠੀਕ ਹੈ, ਅਬਾਊਟ ਆਨਲਾਈਨ ਟੈਸਟ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕੈਂਡੀਡੇਟ ਦਾ ਕਿਸ ਤਰੀਕੇ ਦੇ ਨਾਲ ਪ੍ਰੋਸੈਸ ਰਹੇਗਾ, ਡੇਟ ਐਂਡ ਟਾਈਮ ਤੁਹਾਨੂੰ ਅਕੋਰਡਿੰਗਲੀ ਇਹਨਾਂ ਨੇ ਕਿਹਾ ਹੈ। ਇਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ। ਇਹਨਾਂ ਨੇ ਬਹੁਤ ਇੰਪੋਰਟੈਂਟ ਗੱਲ ਹੈ ਜੀ ਇੱਥੇ ਇੱਕ, ਕਿ ਜਿਹੜੀ ਪੋਸਟਾਂ ਨਿਕਲਦੀਆਂ ਉਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਹੋਏਗਾ, ਪਰ ਇਹਨਾਂ ਨੇ ਦੱਸਿਆ ਹੋਇਆ ਜੀ ਕਿ ਮੇ ਵੀ ਇਹਨਾਂ ਦਾ ਜਿਹੜਾ ਐਗਜ਼ਾਮ ਹੈ ਜੁਲਾਈ 2021 ਦੇ ਵਿੱਚ ਲੈ ਲਿਆ ਜਾਏਗਾ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ ਜੀ। ਠੀਕ ਹੈ, ਇਨ ਆਲ ਆਫ ਡਿਸਟ੍ਰਿਕਟ ਇਨਕਲੂਡਿੰਗ UT ਦਾ ਕੈਂਡੀਡੇਟ ਵਿਲ ਇੰਟੈਟ देयर ਚੁਆਇਸ। ਹਾਊਐਵਰ ਇਹਨਾਂ ਨੇ ਕਿਹਾ ਹੋਇਆ ਜੀ ਤੁਸੀਂ ਆਪਣੀ ਜਿਹੜਾ ਸਟੇਸ਼ਨ ਹੈ ਉਹ ਚੂਜ਼ ਕਰ ਸਕਦੇ ਹੋ। ਇਸ ਦੇ ਵਿੱਚ ਫਾਰਮ ਦੇ ਵਿੱਚ ਆਏਗਾ ਤੇ ਤੁਹਾਨੂੰ ਉੱਥੇ ਜਿਹੜਾ ਸਟੇਸ਼ਨ ਮਿਲ ਜਾਏਗਾ। ਐਡਮਿਟ ਕਾਰਡ ਜਦੋਂ ਆਉਣਗੇ ਉਸ ਦੇ ਵਿੱਚ ਆਪਾਂ ਨੂੰ ਪਤਾ ਚੱਲ ਜਾਏਗਾ। ਤਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਜੀ, ਸਿਲੇਬਸ ਵੀ ਤੁਹਾਨੂੰ ਦੱਸਿਆ ਹੋਇਆ ਹੈ। ਸਿਲੇਬਸ ਕਿਸ ਤਰੀਕੇ ਦੇ ਨਾਲ ਡਿਵਾਈਡ ਕੀਤਾ ਉਹ ਇਹ ਵੀ ਦੱਸਿਆ ਹੋਇਆ। ਪੇਪਰ ਦਾ ਜਿਹੜਾ
ਮੀਡੀਅਮ ਹੈ ਜੀ ਉਹ ਵੀ ਦੱਸਿਆ ਹੋਇਆ ਇੰਗਲਿਸ਼ ਦੇ ਵਿੱਚ ਆਏਗਾ ਤੁਹਾਡਾ ਪੇਪਰ। ਠੀਕ ਹੈ ਜੀ, ਪੇਪਰ ਹੋਣ ਦੇ ਜਿਹੜੇ ਚਾਂਸਿਸ ਇਹਨਾਂ ਨੇ ਦੱਸਿਆ ਜੀ ਜੂਨ ਜੁਲਾਈ ਦੇ ਵਿੱਚ ਤੁਹਾਡਾ ਪੇਪਰ ਹੋ ਜਾਏਗਾ 2021 ਦੇ ਵਿੱਚ। ਠੀਕ ਹੈ, ਜੇਕਰ ਕੋਵਿਡ ਦੀ ਸਿਚੁਏਸ਼ਨ ਹੈ ਜਿਹੜੀ ਉਸ ਹਿਸਾਬ ਨਾਲ ਜਿਹੜੀ ਰਹੇਗੀ। 올 ਓਵਰ ਪੰਜਾਬ ਦੇ ਵਿੱਚ ਤੁਹਾਡੀ ਕਿੱਥੇ ਵੀ ਪਲੇਸਮੈਂਟ ਹੋ ਸਕਦੀ ਹੈ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ ਜੀ। ਬਾਕੀ ਜਿਹੜੀ ਇੰਪੋਰਟੈਂਟ ਜਿਹੜਾ ਹੁਣ ਹੈ ਜੀ ਉਹ ਚੀਜ਼ ਆਪਾਂ ਵੇਖ ਲੈਂਦੇ ਹਾਂ, ਜਿਹੜੀ ਫੀਸ ਕਿੰਨੀ ਰਹੇਗੀ। ਫੀਸ ਇਸ ਦੇ ਵਿੱਚ ਬਹੁਤ ਹੀ ਕਹਿ ਸਕਦੇ ਹਾਂ ਜੀ ਜ਼ਿਆਦਾ ਇਹਨਾਂ ਨੇ ਰੱਖੀ ਹੋਈ ਹੈ। ਠੀਕ ਹੈ, ਇਹ ਇਹਨਾਂ ਦੀ ਫੀਸ ਹੈ ਜੀ, ਤੁਸੀਂ ਟੋਟਲ ਫੀਸ ਇੱਥੇ ਵੇਖ ਸਕਦੇ ਹੋ। ਠੀਕ ਹੈ, 올 ਕੈਟਾਗਰੀ ਐਗਜ਼ੈਂਪਟ EWS SC ਐਂਡ ਪਰਸਨ ਵਿਦ ਡਿਸੇਬਿਲਿਟੀ ਇਹਨਾਂ ਨੂੰ ਛੱਡ ਕੇ ਜੋ ਵੀ ਕੈਟਾਗਰੀਜ਼ ਹੈ ਉਹਨਾਂ ਦੀ ਫੀਸ ਰਹੇਗੀ ਜੀ 1416 ਰੁਪਏ। ਠੀਕ ਹੈ, ਤੇ EWS ਦੇਖੋ ਜੀ EWS ਦੀ ਹੈ 566 ਬੈਂਕ ਚਾਰਜਿਸ ਦੇ ਨਾਲ, ਪਰਸਨ ਵਿਦ ਡਿਸੇਬਿਲਿਟੀ ਦੇ 708, SC ਕੈਟਾਗਰੀ ਦੇ 566, ਤਾਂ BC ਤੇ ਜਨਰਲ ਹੈ ਜੀ ਉਹਨਾਂ ਦੀ ਫੀਸ ਹੈ ਜੀ 1500 ਦੇ ਲਗਭਗ 1416 ਰੁਪਏ। ਤਾਂ ਇਹ ਬਹੁਤ ਹੀ ਜ਼ਿਆਦਾ ਫੀਸ ਹੈ ਜੀ, ਬਹੁਤ ਜ਼ਿਆਦਾ ਫੀਸ ਹੈ ਇਹ। PPSC ਨੇ ਵੀ ਆਪਣੀ ਫੀਸ ਘੱਟ ਕਰ ਦਿੱਤੀ ਹੈ ਜੀ, ਇਹ ਨੌਲੇਜ ਦੇ ਵਿੱਚ ਤੁਹਾਨੂੰ ਆ ਗਿਆ ਹੋਵੇਗਾ। PPSC ਨੇ ਆਪਣੀ ਫੀਸ ਹੈ ਘੱਟ ਕਰ ਦਿੱਤੀ ਹੈ ਜੀ, ਉਹਨਾਂ ਨੇ 750 ਰੁਪਏ BC ਦੀ ਕਰ ਦਿੱਤੀ ਹੈ ਤੇ 1500 ਰੁਪਏ ਕਰ ਦਿੱਤੀ ਹੈ ਜੀ ਜਨਰਲ ਕੈਟਾਗਰੀ ਦੀ। ਤਾਂ ਇੱਥੇ ਫੀਸ ਬਹੁਤ ਜ਼ਿਆਦਾ ਇਹਨਾਂ ਨੇ ਕੀਤੀ ਹੋਈ ਹੈ। ਵੇਖੋ ਅੱਗੇ ਕੀ ਇਸ ਦਾ ਇਫੈਕਟ ਰਹਿੰਦਾ ਹੈ। ਤਾਂ ਇਹ ਇਸ ਦੇ ਵਿੱਚ ਕੁਝ ਇੱਕ ਇੰਪੋਰਟੈਂਟ ਗੱਲਾਂ ਸੀ। TADA ਵਗੈਰਾ ਕਿਸੇ ਨੂੰ ਨਹੀਂ ਮਿਲਦਾ ਜੀ ਪੇਪਰ ਦੇ ਵਿੱਚ, ਤੇ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਇਹ ਨੋਰਮਲਾਈਜੇਸ਼ਨ ਦਾ ਇਹਨਾਂ ਨੇ ਪਹਿਲਾਂ ਹੀ ਫਾਰਮੂਲਾ ਦਿੱਤਾ ਹੋਇਆ ਜੀ, ਕਿਉਂਕਿ ਅੱਗੇ ਚੱਲ ਕੇ ਬੜਾ ਡਿਫਰੈਂਸ ਹੋ ਜਾਂਦਾ ਕਈ ਵਾਰ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਕਿ ਜਿਹੜੀ ਵੇਟੇਜ ਹੈ ਉਹ ਕਿਸ ਤਰੀਕੇ ਦੇ ਨਾਲ ਰੱਖੀ ਜਾਏਗੀ, ਸਭ ਕੁਝ ਇਹਨਾਂ ਨੇ ਦੱਸਿਆ ਹੋਇਆ ਜੀ। ਸਾਰੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਜਿਹੜੀ ਇਹ ਐਡਵਰਟਾਈਜ਼ਮੈਂਟ ਹੈ ਇਹ ਆਪਣੇ ਟੈਲੀਗ੍ਰਾਮ ਗਰੁੱਪ ਉੱਤੇ ਮਿਲ ਜਾਏਗੀ, ਤੁਸੀਂ ਜਾ ਕੇ ਉੱਥੇ ਇਸ ਨੂੰ ਇੱਕ ਵਾਰ ਜ਼ਰੂਰ ਰੀਡ ਆਊਟ ਕਰ ਲੈਣਾ। ਜੇਕਰ ਕੋਈ ਤੁਹਾਡਾ ਡਾਊਟ ਰਹਿੰਦਾ ਹੈ, ਕੋਈ ਚੀਜ਼ ਸਕਿਪ ਹੋ ਗਈ ਹੈ, ਜੇਕਰ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਤੁਸੀਂ ਪੁੱਛਣਾ ਚਾਹੁੰਦੇ ਹੋ, ਕਮੈਂਟ ਕਰ ਦੇਣਾ ਜੀ। ਈਮੇਲ ID ਮੈਂ ਦਿੰਦਾ ਹਾਂ। ਟੈਲੀਗ੍ਰਾਮ ਗਰੁੱਪ ਵੀ ਆਪਣਾ ਜੁਆਇਨ ਹੈ, ਤੁਸੀਂ ਕਰ ਲੈਣਾ ਜੀ, ਉਹ ਜੁਆਇਨ ਕਰ ਲੈਣਾ। ਤੇ ਜਿੱਥੋਂ ਤੱਕ ਹੋਏਗਾ ਮੈਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗਾ। ਵੀਡੀਓ ਕਿੱਦਾਂ ਲੱਗਿਆ ਜ਼ਰੂਰ ਤੁਸੀਂ ਦੱਸਣਾ ਹੈ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ। ਥੈਂਕ ਯੂ ਵੈਰੀ ਮੱਚ। ਇਸ ਤੋਂ ਬਾਅਦ ਇੱਕ ਹੋਰ ਆਪਣਾ ਵੀਡੀਓ ਅਪਲੋਡ ਕਰਨ ਚੱਲਿਆ ਮੈਂ, ਐਂਟੀਟੀ ਦੇ ਬੇਸ ਉੱਤੇ ਹੈ ਜੀ ਉਹ ਵੀ ਤੁਸੀਂ ਜ਼ਰੂਰ ਵਾਚ ਆਊਟ ਕਰਨਾ। ਥੈਂਕ ਯੂ ਵੈਰੀ ਮੱਚ।